ਬਿਲਾਵਲ ਮਹਲਾ ਚੌਥਾ। ਹਮ ਮੂਰਖ ਮੁਗਧ ਅਗਿਆਨ ਮਤੀ, ਸਰਨਾਗਤ ਪੁਰਖ ਅਜਨਮਾ। ਹਮ ਮੂਰਖ ਮੁਗਧ ਗਿਆਨ ਮਤੀ, ਸ਼ਰਨਾਗਤ ਪੁਰਖ ਅਜਨਮਾ। ਕਰ ਕਿਰਪਾ ਰਖ ਲੇਵੋ ਮੇਰੀ ਠਾकुर, ਹਮ ਪਾਥਰਹੀਨ ਅਕਰਮਾ। मेरे मन भज राम नाम रमा, गुरमत हर रस पाइए। होर त्यागो निफलो कामा रहाओ। हर जन सेवक से हर तारे, हम निर्गुण राख उपमा। तुझ बिन अबर ना कोई मेरे ठाकुर, हर जपिए बड़े कर्मा। नामहीन त्रिग जीवते, तिन बड़ दुख सहमा। ओए फिर जोन भवाईऐ, मंद भागी मूढ़ अकर्मा। हर जन नाम आधार है, तुर पूर्व लिखे बड़ कर्मा। गुर सतगुर नाम दृढ़ाया, जन नानक सफल जन्मा। गुर सतगुर नाम दृढ़ाया, जन नानक सफलो जन्मा। जबर छतर तख्त दा मालक साहिब श्री गुरु ग्रंथ साहिब महाराज सच्चे पातशाह जी दी बख्शिश दोहराओ दे सदका गुरबाणी पढ़न सुनन समझन का सुभाग प्राप्त होया। आओ गुरबाणी दी विचार आरंभ करिए। जिन्नी भी गुरु प्यारी गुरु सवारी साध संगत दूर नेड़े जुड़ बैठे हों, सब ने प्रेम प्यार सत्कार विच दशमेश पिता दी बख्शिश फतेह दी सांझ पाउणी। इक्के बार कहण ते बोलना जी आखियो वाहिगुरु जी का खालसा वाहिगुरु जी की फतेह। चौथे पातशाह धन गुरु रामदास महाराज उन्हां वल्लों उचारण किया होया पावन शब्द आपां बिलावल राग दे विचों पढ़िया है, जो लड़ीवार अपनी कथा चलती आ रही है बड़े लंबे टाइम तो। गुरु कृपा 2009 दे विच आपां गुरु ग्रंथ साहिब जी दी पावन बाणी लड़ी आरंभ की सी। चलद्यां चलद्यां अज आपां गुरु की पावन बाणी बिलावल राग दे विच 798 नंबर अंग ते पहुँच गए। बिलावल राग दे विच बख्शिश हुई है गुरु नानक पातशाह जी दी के हुण तक आपां बिलावल राग तक दी बाणी जिहड़ी वो विचार चुके हैं। गुरु कृपा करे जो अपना वक्त गुरबाणी पढ़न वन्नियों अजे रहिंदा, बस वाहिगुरू अगे अरदास करिए भी साडा एक कारज सफल करी, असी सारी बाणी दी विचार कर सकगे, सुन सकगे, जीवन च कमा सकगे। ये साडी गुरु अगे गुरु चरणा विच बेनती है। पातशाह गुरु नानक साहब जी ने चौथे रूप दे विच जिक्र किया बिलावल महला चौथा। राग बिलावल है, महला चौथा है।
ਤੇ ਰਹਾਉ ਦਾ ਬੰਦ ਗੁਰੂ ਪਾਤਸ਼ਾਹ ਜੀ ਨੇ ਸਾਡੇ ਸਨਮੁਖ ਪਰੋਸ ਕੇ ਰੱਖਿਆ ਹੈਗਾ। ਮੇਰੇ ਮਨ ਭਜ ਰਾਮ ਨਾਮੈ ਰਾਮਾ। ਮੇਰੇ ਮਨ ਭਜ, ਭੱਜਣ ਤੋਂ ਭਾਵ ਇੱਕ ਸਾਡੀ ਭਾਵਨਾ ਹੁੰਦੀ ਹੈ ਦੌੜਨਾ, ਵੀ ਇੱਥੇ ਗੱਲ ਦੌੜਨ ਦੀ ਕੀਤੀ ਹੈ ਜਾਂ ਕਿਸ ਚੀਜ਼ ਦੀ ਕੀਤੀ ਆ। ਜਦੋਂ ਗੁਰੂ ਸਾਹਿਬ ਜੀ ਨੇ ਕਹੇ ਭੱਜ, ਭੱਜ ਤੋਂ ਭਾਵ ਹੁੰਦਾ ਭਜਨ, ਸਿਮਰ, ਯਾਦ ਕਰ। ਮੇਰੇ ਮਨ ਰਾਮ ਨਾਮ, ਉਹ ਪਰਮਾਤਮਾ ਦੇ ਰਾਮ ਦਾ ਨਾਮ ਜਪਿਆ ਕਰ, ਭਜਨ ਕਰਿਆ ਕਰ। ਹਿੰਮਤ ਰੱਖ, ਉਦਮ ਰੱਖ, ਉਪਰਾਲਾ ਰੱਖ। ਜ਼ਿੰਦਗੀ ਦੇ ਵਿੱਚ ਤੇਰੀ ਮਿਹਨਤ ਰੰਗ ਲਿਆਵੇਗੀ। ਹੁਣ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਵੀ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ ਤੇ ਗੁਰੂ ਦੀ ਮੱਤ ਨੂੰ ਅਪਣਾਉਂਦਿਆਂ ਉਹਦੇ ਤੇ ਤੁਰਿਆ ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਗਾਇਨ ਕਰਦਿਆਂ ਕਰਦਿਆਂ ਉਹਦੇ ਬਖਸ਼ਿਸ਼ ਕੀਤੇ ਹੋਏ ਰਸਤੇ ਤੇ ਚੱਲਦਿਆਂ ਚੱਲਦਿਆਂ ਫਿਰ ਕੀ ਮਿਲਦਾ? ਆਨੰਦ ਮਿਲਦਾ ਹੈ। ਆਨੰਦ ਦੀ ਪਰਿਭਾਸ਼ਾ ਤੁਸੀਂ ਸਾਰੇ ਸਮਝਦੇ ਹੋ। ਆਨੰਦ ਮੀਨਜ਼ ਸ਼ਾਂਤੀ, ਸਹਿਜ ਟਿਕਾ, ਅੰਦਰ ਦਾ ਖੇੜਾ, ਹਰ ਵਕਤ ਰੱਬੀ ਪਿਆਰ ਦੇ ਵਿੱਚ ਭਿੱਜ ਕੇ ਉਹ ਮਾਲਕ ਪਰਮੇਸ਼ਰ ਨੂੰ ਧਿਆਨ ਵਿੱਚ ਰੱਖਣਾ, ਖੁਸ਼ੀ ਦੇ ਵਿੱਚ ਰਹਿਣਾ, ਖੁਸ਼ੀ ਦੇ ਵਿੱਚ ਜ਼ਿੰਦਗੀ ਜਿਉਣੀ। ਤੇ ਇਹ ਆਨੰਦ ਮਿਲਦਾ ਕਿੱਥੋਂ ਆ? ਇਹ ਆਨੰਦ ਗੁਰੂ ਕੋਲੋਂ ਮਿਲਦਾ, ਜਿਹੜਾ ਆਨੰਦ ਆਪਾਂ ਸੁਣ ਲਿਆ। ਤੇ ਨਹੀਂ, ਸਾਡੀ ਦੁਨੀਆ ਦਾ ਇੱਕ ਰਿਵਾਜ ਆ ਵੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਨੇਕਾਂ ਹੀ ਕਾਰਜ ਹੁੰਦੇ ਨੇ, ਖੁਸ਼ੀ, ਵਿਆਹ, ਕੋਈ ਅਖੰਡ ਪਾਠ, ਕੋਈ ਸਹਿਜ ਪਾਠ ਦਾ ਭੋਗ, ਕੋਈ ਜਨਮ, ਕੋਈ ਕਿਸੇ ਤਰ੍ਹਾਂ ਦਾ ਖੁਸ਼ੀ ਦੇ ਬਹੁਤ ਬੜੇ ਸਮਾਗਮ ਹੁੰਦੇ ਨੇ। ਭਾਵਨਾ ਹੁੰਦੀ ਹੈ ਵੀ ਉੱਥੋਂ ਸਾਨੂੰ ਆਨੰਦ ਮਿਲੂ, ਪਰ ਮਿਲਦਾ ਨਹੀਂ। ਵਿਆਹ 'ਚ ਆਨੰਦ ਮਿਲਿਆ ਹੋਵੇ ਤਾਂ ਦੱਸਣਾ ਜ਼ਰੂਰ। ਮੈਰਿਜ ਪੈਲਸਾਂ ਦੇ ਵਿੱਚ ਨੱਚ ਕੇ, ਗਾ ਕੇ, ਡੱਡੂ ਟਪੂਸੀਆਂ ਮਾਰ ਕੇ ਆਨੰਦ ਮਿਲਿਆ ਹੋਵੇ ਤਾਂ ਦੱਸਣਾ ਜ਼ਰੂਰ। ਮਾੜੇ ਕੰਮਾਂ ਦੇ ਵਿੱਚ ਫਸ ਕੇ ਜ਼ਿੰਦਗੀ ਨੂੰ ਬੁਰਾ ਬਣਾਉਣਾ ਤੇ ਇਹ ਜ਼ਿੰਦਗੀ ਨੂੰ ਵਿਗਾੜਨਾ, ਪਰ ਸਾਡਾ ਮਨ ਕਹਿੰਦਾ ਵੀ ਅਸੀਂ ਆਨੰਦ ਵਿੱਚ ਜ਼ਿੰਦਗੀ ਜਿਉਂਦੇ। ਦੱਸੋ ਆਨੰਦ ਚਾਹ ਕਿ ਨਹੀਂ ਹੈ? ਨਹੀਂ ਹੈ। ਮੰਨ ਲਵੋ ਵੀ ਇੱਕ ਨਹੀਂ ਅਨੇਕਾਂ ਹੀ ਐਗਜ਼ਾਮਪਲ, ਉਦਾਹਰਨਾਂ ਇਸ ਵਿਸ਼ੇ ਨਾਲ ਸੰਬੰਧਿਤ ਨੇ ਵੀ ਆਨੰਦ ਹੈ ਕਿਤੇ ਦੁਨੀਆ ਦੇ ਕੋਨੇ 'ਚ। ਕਦੇ ਪੁੱਛਿਓ ਕਿ ਅਮੀਰ ਨੂੰ ਪੁੱਛੀਏ ਵੀ ਆਨੰਦ ਹੈ? ਕਹਿੰਦਾ ਨਾ। ਗਰੀਬ ਨੂੰ ਪੁੱਛੀਏ ਆਨੰਦ ਹੈ? ਨਾ। ਚੋਰ ਨੂੰ ਪੁੱਛੋ ਆਨੰਦ ਹੈ? ਕਹਿੰਦਾ ਨਾ। ਸਾਧ ਨੂੰ ਪੁੱਛੋ ਆਨੰਦ ਹੈ? ਨਾ। ਸਾਧ ਤਾਂ ਕਲਪੇ ਪਏ ਨੇ। ਨਾਮ ਹੀ ਸੀਤਲ ਦਾਸ ਆ, ਅੰਦਰੋਂ ਤਾਂ ਭਾਂਬੜ ਬੜੇ ਪੈ ਨੇਗੇ। ਨਾਮ ਰੱਖਣ ਨਾਲ ਕੋਈ ਫਰਕ ਨਹੀਂ ਪੈਣਾਗਾ। ਮਤਲਬ ਕਹਿਣ ਤੋਂ ਭਾਵ ਆਨੰਦ ਦੀ ਦਾਤ ਆ ਜਿਹੜੀ ਉਹ ਕੇਵਲ ਗੁਰੂ ਕੋਲੋਂ ਮਿਲਦੀ ਆ। ਉਹ ਤੁਸੀਂ ਸਾਰੇ ਨਿਤਨੇਮੀ ਜੀ ਬੈਠੇ ਹੋਗੇ, ਗੁਰਬਾਣੀ ਵਿੱਚ ਰੋਜ਼ ਪੜ੍ਹਦੇ ਹੋ, ਆਨੰਦ ਆਨੰਦ ਸਭ ਕੋ ਕਹੈ। ਸਾਰੀ ਦੁਨੀਆ ਆਨੰਦ ਦੀ ਗੱਲ ਕਰਦੀ ਆ। ਆਨੰਦ ਗੁਰ ਤੇ ਪਾਇਆ। ਆਨੰਦ ਕਿੱਥੋਂ ਮਿਲਿਆ? ਆਨੰਦ ਤਾਂ ਗੁਰੂ ਕੋਲੋਂ ਪ੍ਰਾਪਤ ਹੁੰਦਾ। ਤੇ ਜਿਹੜਾ ਆਨੰਦ ਗੁਰੂ ਕੋਲੋਂ ਪ੍ਰਾਪਤ ਹੁੰਦਾ ਉਹ ਲੈਣ ਦੇ ਵਾਸਤੇ ਅਸੀਂ ਆਉਂਦੇ ਨਹੀਂ ਹਾਂ। ਸਾਡਾ ਚਿੱਤ ਨਹੀਂ ਮੰਨਦਾ ਵੀ ਨਾ ਛੱਡ ਖੜਾ। ਸ਼ਰਾਬ ਦੀ ਬੋਤਲ ਖਰੀਦਦਿਆਂ ਸੰਗ ਨਹੀਂ ਲੱਗਦੀ। ਜਰਦਾ, ਬੀੜੀਆਂ, ਤੰਬਾਕੂ ਖਰੀਦਦਿਆਂ, ਨਸ਼ੇ ਖਰੀਦਦਿਆਂ ਸੰਗ ਨਹੀਂ ਲੱਗਦੀ। ਬਾਜ਼ਾਰਾਂ ਦੇ ਵਿੱਚੋਂ ਗੈਰ ਕਾਨੂੰਨੀ ਸੌਦਾ ਵਣਜ ਕਰਦਿਆਂ ਖੁਦ ਨੂੰ ਸੰਗ ਨਹੀਂ ਲੱਗਦੀ। ਪਰ ਚੇਤਾ ਰੱਖਿਓ, ਜਦੋਂ ਗੱਲ ਗੁਰੂ ਦੀ ਆਉਂਦੀ ਹੈ ਨਾ, ਗੁਰੂ ਦੇ ਨਾਮ ਜਪਣ ਦੀ ਆਉਂਦੀ ਆ, ਉਦੋਂ ਸਾਨੂੰ ਸੰਗ ਲੱਗਦੀ ਆ।
ਬਾਣੀ ਪੜ੍ਹਨ ਦੀ ਗੱਲ ਆਉਂਦੀ ਆ, ਬਾਣੀ ਨੂੰ ਸਮਝਣ ਦੀ ਗੱਲ ਆਉਂਦੀ ਆ, ਸੇਵਾ ਕਰਨ ਦੀ ਗੱਲ ਆਉਂਦੀ ਆ, ਸਤ ਸੰਗਤ ਕਰਨ ਦੀ ਗੱਲ ਆਉਂਦੀ ਆ, ਉਦੋਂ ਸਾਨੂੰ ਸੰਗ ਲੱਗਦੀ। ਜਿੱਥੇ ਆਨੰਦ ਸੀ ਉਹ ਥਾਂ ਤੋਂ ਖੁੰਝ ਗਈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਫਿਰ ਪਾਤਸ਼ਾਹ ਜੀ ਇੱਥੇ ਕਹਿੰਦੇ ਭਾਈ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਨਾ ਗੁਰੂ ਦੀ ਮੱਤ ਤੇ ਤੁਰ ਕੇ, ਗੁਰੂ ਦੀ ਮੱਤ ਤੂੰ ਪ੍ਰਾਪਤ ਕਰ, ਉਹਦੇ ਅਨੁਸਾਰ ਚੱਲ ਕੇ ਜ਼ਿੰਦਗੀ ਦੇ ਵਿੱਚ ਆਨੰਦ ਮਾਣੇਗਾ। ਜ਼ਿੰਦਗੀ 'ਚ ਆਨੰਦ ਮਾਣੇਗਾ। ਇਹ ਆਨੰਦ ਗੁਰੂ ਕੋਲੋਂ ਮਿਲਦਾ। ਉਹ ਆਪਾਂ ਸਾਰਾ ਸੁਣ ਲਿਆ। ਦੁਬਾਰਾ ਫਿਰ ਇੱਕ ਸੰਖੇਪ ਆ ਕਹਿ ਦੇਵਾਂ, ਕਿਸੇ ਕੋਲੇ ਆਨੰਦ ਦੀ ਦਾਤ ਨਹੀਂ ਹੈ। ਵਿਰਲੀਆਂ ਰੂਹਾਂ ਨੇ ਜਿਨ੍ਹਾਂ ਨੂੰ ਗੁਰੂ ਨਾਨਕ ਦੇ ਘਰ ਵਿੱਚੋਂ ਆਨੰਦ ਪ੍ਰਾਪਤ ਹੋਇਆ ਹੈ। ਤਾਈਓ ਗੁਰੂ ਸਾਹਿਬ ਜੀ ਨੇ ਫਿਰ ਜ਼ਿਕਰ ਕੀਤਾ ਗਾ, ਮੇਰੇ ਮਨ ਭਜ ਰਾਮ ਨਾਮੈ ਰਾਮਾ, ਹੀ ਮੇਰੇ ਮਨ ਸਿਮਰ ਉਹ ਪਰਮਾਤਮਾ ਨੂੰ, ਯਾਦ ਕਰ ਉਹ ਵਾਹਿਗੁਰੂ ਨੂੰ। ਉਹਦੀ ਯਾਦ ਵਿੱਚ ਜੁੜਿਆ, ਗੁਰਬਾਣੀ ਨਾਲ ਜੁੜਿਆ, ਤੈਨੂੰ ਮਿਲੂਗਾ ਆਨੰਦ। ਆਨੰਦ ਦੀ ਦਾਤ ਤੈਨੂੰ ਗੁਰੂ ਕੋਲੋਂ ਮਿਲਣੀ ਹੈ, ਹੋਰ ਨਹੀਂ ਕਿਤੋਂ ਵੀ ਮਿਲਣੀ। ਭੱਜ ਭੱਜਿਆ ਕਰ, ਹਿੰਮਤ ਕਰਿਆ ਕਰ, ਸਿਮਰਨ ਕਰਿਆ ਕਰ। ਫਿਰ ਵਾਹਿਗੁਰੂ ਜੀ ਕਹਿੰਦੇ ਗੁਰਮਤਿ ਹਰ ਰਸ ਪਾਈਐ, ਹੋਰ ਤਿਆਗੋ। ਦੂਜੀ ਗੱਲ, ਗੁਰੂ ਦੀ ਮੱਤ ਨੂੰ ਅਪਣਾ, ਪ੍ਰਾਪਤ ਕਰ। ਚਲੋ ਮੰਨ ਲਵੋ ਵੀ ਅਸੀਂ ਗੁਰੂ ਦੀ ਮੱਤ ਅਪਣਾ ਲਈ, ਮੰਨ ਲਓ ਵੀ ਅਪਣਾ ਲਈ, ਪ੍ਰਾਪਤ ਕਰ ਲਈ, ਪਰ ਚੇਤਾ ਰੱਖਿਓ ਗੁਰੂ ਦੀ ਮੱਤ ਤਾਂ ਅਪਣਾ ਲਈ, ਪਰ ਆਪਣੀ ਮੱਤ ਛੱਡੀ ਨਹੀਂ। ਇਹੀ ਕਾਰਨ ਹੈ ਸਾਡਾ ਗੁਰੂ ਨਾਲ ਪਿਆਰ ਨਹੀਂ ਬਣਿਆ। ਸਾਡੀ ਸਾਰਿਆਂ ਦੀ ਕਹਾਵਤ ਆ ਨਾ, ਗੁਰੂ ਨਾਲ ਪਿਆਰ ਨਹੀਂ ਬਣਿਆ। ਅੰਮ੍ਰਿਤ ਛਕੇ ਨੂੰ ਵਕਤ ਬਹੁਤ ਹੋ ਗਿਆ। ਕਿੰਨਾ ਟਾਈਮ ਹੋ ਗਿਆ? ਕਹਿੰਦੇ 20 ਸਾਲ ਹੋ ਗਏ। ਮੰਨ ਲਵੋ ਜੇ 20 ਸਾਲ ਅੰਮ੍ਰਿਤ ਛਕੇ ਨੂੰ ਹੋ ਗਏ ਤਾਂ ਇਹ ਵੀ ਮੰਨਣਾ ਪਊਗਾ ਵੀ ਭਾਈ ਤੂੰ ਸਿਆਣਾ ਗਾ, ਅੰਮ੍ਰਿਤਧਾਰੀ ਆਂਗਾ, ਤੂੰ ਕਿਹੜਾ ਝੂਠ ਬੋਲਦਾ ਹੋਵੇਂਗਾ। ਫਿਰ ਨਿਤਨੇਮ ਕਰਦਿਆਂ ਨੂੰ, ਬਾਣੀ ਪੜ੍ਹਦਿਆਂ ਨੂੰ ਵੀ 20 ਸਾਲ ਤਾਂ ਹੋ ਗਏ। ਕਹਿੰਦਾ ਹਾਂਜੀ। ਫਿਰ ਸੇਵਾ ਕਰਦਿਆਂ ਨੂੰ ਵੀ 20 ਸਾਲ ਤਾਂ ਹੋ ਗਏ ਹੋਣਗੇ। ਕਹਿੰਦਾ ਹਾਂਜੀ। ਅੱਛਾ, ਹੈਰਾਨੀ ਆ ਕਿ ਬਾਣੀ ਪੜ੍ਹਦਿਆਂ ਨੂੰ 20 ਸਾਲ ਹੋ ਗਏ, ਅੰਮ੍ਰਿਤ ਛਕਿਆ ਨੂੰ 20 ਸਾਲ ਹੋ ਗਏ, ਸੇਵਾ ਕਰਦਿਆਂ ਨੂੰ 20 ਸਾਲ ਗੁਜ਼ਰ ਗਏ, ਪਰ ਅਜੇ ਤੱਕ ਗੁਰੂ ਦੀ ਮੱਤ ਆਈ ਨਹੀਂ। ਸਕੂਲ ਦੇ ਵਿੱਚ 12 ਸਾਲ ਧੱਕੇ ਖਾਧੇ ਆ, ਪਹਿਲੀ ਤੋਂ 12ਵੀਂ ਤੱਕ। ਇੱਕ ਅੱਧੀ ਵਾਰ ਫੇਲ ਵੀ ਹੋਵਾਂਗੇ, 13-14 ਸਾਲ ਵਕਤ ਗੁਜ਼ਾਰਿਆ, ਪਰ ਅਜੇ ਤੱਕ ਕੁਝ ਪ੍ਰਾਪਤ ਨਹੀਂ ਹੋਇਆ। ਇਹਦਾ ਕਾਰਨ ਨਾ ਪ੍ਰਾਪਤੀ ਦਾ ਕਾਰਨ, ਨਾ ਪ੍ਰਾਪਤੀ ਦਾ ਕਾਰਨ ਇਹੀ ਆ ਕਿ ਅਸੀਂ ਗੁਰੂ ਦੀ ਮੱਤ ਤਾਂ ਕਹਿਣ ਮਾਤਰ ਲੈ ਲਈ ਵੀ ਹਾਂ ਗੁਰੂ ਦੀ ਮੱਤ ਅਪਣਾ ਲਈ, ਪਰ ਆਪਣੀ ਮੱਤ ਛੱਡੀ ਨਹੀਂ ਹੈ। ਆਪਣੇ ਇਸ ਦਿਮਾਗ ਰੂਪੀ ਭਾਂਡੇ ਦੇ ਵਿੱਚ ਗੁਰੂ ਦੀ ਮੱਤ ਤਾਂ ਪਾਉਣ ਦਾ ਯਤਨ ਕੀਤਾ, ਪਰ ਜਿਹੜੀ ਪਹਿਲਾਂ ਸਾਡੀ ਮੱਤ ਆ ਨਾ, ਕੁਮੱਤ, ਜਿਹਨੂੰ ਆਪਾਂ ਭੈੜੀ ਮੱਤ ਕਹਿ ਦਿੰਦੇ ਆ, ਕੁਵਿੱਧ, ਤੇ ਉਹ ਅਸੀਂ ਛੱਡੀ ਨਹੀਂ ਹੈ। ਬਸ ਆਹੀ ਕਾਰਨ। ਮੰਨ ਲਵੋ ਉਦਾਹਰਨ ਛੋਟੀ ਜੀ, ਭਾਂਡਾ ਪਹਿਲਾਂ ਲਿਬੜਿਆ ਹੋਇਆ, ਮੈਲਾ ਗਾ, ਉਹਦੇ ਵਿੱਚ ਦੁੱਧ ਪਾਇਆ, ਫਟ ਗਿਆ। ਭਾਂਡਾ ਧੋਤਾ ਨਹੀਂ, ਦੁੱਧ ਫਟਿਆ ਹੋਇਆ ਵਿੱਚੋਂ ਕੱਢਤਾ, ਉਹਦੇ ਵਿੱਚ ਦੁੱਧ ਹੋਰ ਪੈ ਗਿਆ, ਦੁੱਧ ਫੇਰ ਫਟ ਗਿਆ। ਪਰ ਦੁੱਧ ਪਹਿਲਾਂ ਵਾਲਾ ਉਹਦੇ ਵਿੱਚੋਂ ਕੱਢਿਆ ਨਹੀਂ, ਬਰਤਨ ਸਾਫ਼ ਨਹੀਂ ਕੀਤਾ, ਦੁੱਧ ਕੱਢ ਦਿੱਤਾ ਵਿੱਚੋਂ। ਜੋ ਦੁੱਧ ਦਾ ਖੱਟਾ ਪਾਣਾ ਉਹ ਵਿੱਚ ਹੀ ਆ ਜੇ। ਫਿਰ ਕੀ ਹੋਇਆ? ਫਿਰ ਦੁੱਧ ਪਾਇਆ, ਫਿਰ ਫਟ ਗਿਆ। ਕੋਈ ਸਿਆਣਾ, ਕੋਈ ਦਾਨਾ ਵੀਰ ਵੇਖ ਰਿਹਾ ਗਾ, ਉਹ ਕਹਿੰਦਾ ਕੀ ਗੱਲ, ਦੁੱਧ ਪਾਉਣਾ, ਦੁੱਧ ਫਟ ਜਾਂਦਾ, ਡੋਲ ਦਿੰਨਾ, ਕਾਰਨ ਕੀ ਆ, ਵਜ੍ਹਾ ਕੀ ਹੈ? ਇਹ ਤੂੰ ਗੌਰ ਕਰ ਭਾਈ, ਦੁੱਧ ਫਟਦਾ ਕਿਉਂ ਆ? ਇਸ ਗੱਲ ਤੇ ਨਿਰੀਖਣ ਕਰ, ਖੋਜ ਕਰ, ਥੋੜਾ ਬਹੁਤਾ ਸਰਚ ਕਰ, ਦਿਮਾਗ ਲੜਾ।
ਕਹਿੰਦਾ ਦੇਖ ਲਾ ਭਰਾਵਾ, ਕੋਈ ਸਮਝ ਨਹੀਂ ਆਉਂਦੀ ਦੁੱਧ ਫਟਦਾ ਕਿਉਂ ਗਾ, ਕੋਈ ਸਮਝ ਨਹੀਂ ਆਉਂਦੀ। ਜਿਹੜਾ ਭਾਂਡੇ ਵਾਲਾ ਸੀਗਾ, ਹੁਣ ਜਿਹੜਾ ਸਿਆਣਾ ਪੁਰਖ ਸੀ ਉਹ ਕਹਿੰਦਾ ਮੈਂ ਦੱਸਦਾ ਤੈਨੂੰ ਦੁੱਧ ਕਿਉਂ ਫਟਦਾ ਗਾ। ਇਹ ਦੁੱਧ ਫਟਣ ਦਾ ਕਾਰਨ ਇੱਕੋ ਹੀ ਆ ਕਿ ਦੁੱਧ ਵਿੱਚ ਖੱਟੇ ਦੀ ਰਿਹਾਇਸ਼, ਵਾਹਿਗੁਰੂ ਭਾਂਡੇ ਵਿੱਚ ਖੱਟੇ ਦੀ ਰਿਹਾਇਸ਼ ਰਹਿ ਜਾਂਦੀ ਹੈ। ਤੂੰ ਪਹਿਲਾਂ ਨਾ ਭਾਂਡੇ ਨੂੰ ਅੱਛੀ ਤਰ੍ਹਾਂ ਸਾਫ਼ ਕਰ ਲਾ, ਇਹਨੂੰ ਮਾਂਜ, ਸੁਆਹ ਨਾ। ਜਦੋਂ ਮਾਂਜਿਆ ਗਿਆ ਉਪਰੰਤ ਇਹਨੂੰ ਸਾਫ਼ ਕਰਕੇ ਧੋ ਸਵਾਰ ਕੇ ਨਾ ਫਿਰ ਇਹਨੂੰ ਧੁੱਪ ਲਵਾ, ਧੁੱਪੇ ਰੱਖ ਜਾਂ ਅੱਗ ਤੇ ਰੱਖ, ਇਹਨੂੰ ਛੇਕ ਲਵਾ। ਫਿਰ ਕੀ ਹੋਊਗਾ, ਫਿਰ ਮੇਰੀ ਗਰੰਟੀ ਆ ਦੁੱਧ ਫਟਦਾ ਨਹੀਂ। ਉਹ ਸਿਆਣੇ ਪੁਰਖ ਨੇ ਕਹਿ ਦੁੱਧ ਫਿਰ ਨਹੀਂ ਫਟੇਗਾ, ਮੇਰੀ ਗਰੰਟੀ ਆ। ਅੱਛਾ, ਹੁਣ ਇਹੀ ਤਰਤੀਬ ਬਣਾਈ, ਦੁੱਧ ਫਟਿਆ ਨਹੀਂ, ਦੁੱਧ ਸੰਭਾਲਿਆ ਗਿਆ, ਫਟਿਆ ਨਹੀਂ। ਉਸੇ ਬਰਤਨ ਨੇ ਦੁੱਧ ਨੂੰ ਸੰਭਾਲ ਲਿਆ ਤੇ ਸੰਭਾਲੇ ਹੋਏ ਦੁੱਧ ਨੇ ਕਿੰਨੇ ਕਾਰਜ ਕੀਤੇ ਆ, ਤੇ ਉਹ ਬਰਤਨ ਦੀ ਵੀ ਕਦਰ ਪੈਗੀ ਜਿਹਨੇ ਦੁੱਧ ਨੂੰ ਸੰਭਾਲਿਆ। ਬਸ ਇਹੀ ਕਹਾਣੀ ਚੌਥੇ ਪਾਤਸ਼ਾਹ ਜੀ ਕਹਿੰਦੇ ਸੇਮ ਸਾਡੀ ਆ। ਸਰੀਰ ਰੂਪੀ ਭਾਂਡਾ ਹੈ, ਇਹਦੇ ਵਿੱਚ ਅਸੀਂ ਖੱਟਾ ਦੁੱਧ ਹੀ ਪਾਈ ਜਾਂਦੇ ਹਾਂ, ਦੁੱਧ ਖੱਟੇ 'ਚ ਹੀ ਪਾਈ ਜਾਂਦੇ ਹਾਂ। ਵਾਹਿਗੁਰੂ ਇੱਕ ਵਾਰੀ ਪਾਇਆ ਫਟ ਗਿਆ, ਦੋ ਵਾਰੀ ਪਾਏ ਫਟ ਗਿਆ, ਤੀਜੀ ਵਾਰ ਪਾਇਆ ਫਟ ਗਿਆ। ਉਹ ਦੁੱਧ ਕਿਹੜਾ ਗਾ, ਗੁਰਬਾਣੀ ਤੇ ਭਾਂਡਾ ਸਾਡਾ ਸਰੀਰ ਆ। ਇਹ ਸਰੀਰ ਦੇ ਅੰਦਰ ਬਾਣੀ ਨੂੰ ਪਾਉਣਾ, ਦੁੱਧ ਨੂੰ ਪਾਉਣਾ। ਇਹਨੂੰ ਜੇ ਨਹੀਂ ਪਾਏਗਾ ਦੇਖ ਲਾ ਬਰਬਾਦ ਹੋ ਜਾਏਗਾ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨਾ ਆਪਣੇ ਸਰੀਰ ਰੂਪੀ ਭਾਂਡੇ ਦੇ ਵਿੱਚ ਗੁਣਾ ਦਾ, ਗੁਰੂ ਕੀ ਪਾਵਨ ਬਾਣੀ ਦਾ ਦੁੱਧ ਪਾਉਣ ਤੋਂ ਪਹਿਲਾਂ ਇਹਨੂੰ ਸਾਫ਼ ਕਰ ਲਈ ਭਾਈ, ਕਿਤੇ ਨਾ ਹੋਵੇ ਭਾਂਡਾ ਮੈਲਾ ਹੋਵੇ ਤੇ ਇਹਦੇ ਵਿੱਚ ਗੁਰਬਾਣੀ ਰੂਪੀ ਦੁੱਧ ਖੜੇ ਨਾ, ਹਾਜ਼ਮ ਨਾ ਹੋਵੇ। ਫਿਰ ਬਾਣੀ ਵਿੱਚ ਵੀ ਲਿਖਿਆ ਨਾ ਪਹਿਲੇ ਪਾਤਸ਼ਾਹ ਨੇ, ਭਾਂਡਾ ਧੋਏ ਵੈਸ ਧੂਪ ਦੇਵੋ ਤਉ ਦੁੱਧ ਕੋ ਜਾਵੋ। ਭਾਂਡਾ ਧੋਏ ਵੈਸ ਧੂਪ ਦੇਵੋ ਤਉ ਦੁੱਧ ਕੋ ਜਾਵੋ। दूध फुन दुध नूं पा के फुन सुरत समायण होए नरास जमावो। आ तरीके दे नाल ना दुध नूं अपने शरीर रूपी हिरदे रूपी कटोरी दे विच पा के संभाल। पातशाह जी कहते जप हो तां एको नामा, लिखिया कि जप हो तू फिर परमात्मा दा नाम रूपी दुध उदा जाप कर। जप हो तां एको नामा अवर दूजा नराफल नेफल कामा। एक केवल यही काम सुचज्जा गा, सोहना गा, सियाणा गा, चंगा वधिया क्वालिटी वाला। बाकी तेरे काम भाई ने नेफल ने, न सफल ने, वो कामां दा कोई फायदा नहीं है। हुण आपां नूं समझ आ गई भी गुरु की कहंदा। गुरु कहंदा भाई अज तक जे तेरी मुश्किल दा हल नहीं होया तां उहदा मुश्किल दा ना हल होण दा कारण इक्को ही सी। तू अपने दिमाग विचों भावें 20 सालां दा, भावें 30 सालां दा, भावें पूरी उम्र दा गुरबाणी पढ़ रहा, गुरबाणी दी व्याख्या कर रहा गा, गुरबाणी दे जाप कर रहा गा, सिमरन सेवा कर रहा गा, पर हल नहीं होया। अजे शरीर आ जिस अवस्था विच बचपन विच सी उस अवस्था विच होना अजे तक बदलिया नहीं है। इहदे नाम बदलण दा कारण गुरबाणी रूपी दुध पाउण तो पहलां इहदी सफाई नहीं कीती, अपने मंदे कर्म वो कढे नहीं, उवें पिछ भांडे दे दुध पा लिया। पहला सफाई करनी जरूरी है अपने हिरदे रूपी वरतन दी। ताइयों गुरु साहब जी ने कहा गा, कहंदे ऐ मनुख जदों तू ओ मालक परमेश्वर नाल जुड़ गया ना, गुरमत हर रस पाईए ते गुरु दी मत रूपी हरि दा रस ये प्राप्त कर लै। फिर पातशाह जी कहंदे होर त्यागो, बाकी अपने दिमाग विचों कूड़ कवाड़ कढ दे। होर त्यागो नेफल कामा, बाकी तेरे दिमाग दे जिहड़े ख्याल ने, फुरने ने,
आदत बन चुकी आ। ये बाकी सारे दा सारा कुछ ना भाई निफल है। ये सारा कुछ पासे करके फिर तू गुरु की मत ग्रहण कर, धारण कर ला। केवल रट्टा लाउण दे नाल जीवन दे विच बदलाव नहीं आवेगा। ये तोता रट्टा अज जिहड़ा साडे समाज दे विच बहुत लग रहा हैगा। तोते रट्टे तो आपां मुक्त होईए ते गुरु की गल सुन के मन्नण दा, सुनण समझण दा यतन करिए, यतन करिए, भाव कोशिश करिए। अगे किरपा गुरु ने करनी है। अगे फिर पातशाह ने लिखिया गा, हम मूर्ख मुग्ध अज्ञान मती। चौथे पातशाह जी कहते ना, हे प्रभु मैं मूर्ख हाँ, मैं मूर्ख मुग्ध अज्ञान, अज्ञानी भी हाँ, मती। मैं मूर्ख हाँ, मुग्ध हाँ, अज्ञानी हाँ। फिर पातशाह जी वो रब जी कहते फिर करन की आया, कहना की चाहुंदा, दस गा भला। ये गल्लां दस दियां तू शाबाश है, पर अगे की कहना चाहुंदा, सुनेहा की देना चाहुंदा गा। फिर पातशाह जी कहते सरनागत पुरख अजन्मा। सच्चे पातशाह तैनूं पता ना कि जिहड़े लोग मूर्ख हुंदे ने, पागल हुंदे ने, जिन्हां दी मत बुद्ध घट हुंदी आ, उन्हां नूं दुनिया च किते थां नहीं मिलदी। थां तो भाव उन्हां नूं किते काम नहीं मिलदा। हर थां ते उन्हां नूं धक्के पैंदे ने। आपां आम ही निगाह मार के वेख लो, जिन्हां दी मत होछी आ, मोटी आ, कोई खाण पीण दी, बोलण दी तमीज़ नहीं है, कोई सुनण दी, गलबात करन दी परख नहीं है, ते ओह लोग कौन हुंदे ने जिन्हां नूं आपां कमले कह दिंदे हां, ते उन्हां नूं विचारिਆਂ नूं किते जगह नहीं मिलदी। एक दहलीज तो दूजी दहलीज ते, दूजी देहली तो तीजी देहली ते, तीजी तो चौथी ते। इदां उन्हां दा वक्त आ जिहड़ा ओह दुखां दे विच गुजरदा है। हुण गुरु साहब ने इत्थे जिक्र कीता किहड़ा, इवें दे हालात मेरे ने। चौथे पातशाह कहंदे ओह मूर्ख वर्गा, ओह पागल वर्गा, ओह मुगध वर्गा ना जीवन मेरा गा, ते मेरे जीवन तू किरपा कर। मैं तैनूं यही गल कहनी चाहुंदा, हम शरणागत, मैनूं अपनी शरण दे विच रख लै, मैनूं अपनी शरण विच, अपनी गोदी विच, अपनी बुक्कल दे विच बहा लै। बस आ बेनती है मेरी। परमात्मा ने पहला पूछा ना, कहना की चाहुंदा दस। फिर गुरु रामदास महाराज ने दस दिता, हम मूर्ख मुग्ध अज्ञान मती शरणागत पुरख अजन्मा। मैनू पुरख बना के ना, पुरख बना के, बंदा बना के अपनी शरण विच थां दे दे। इत्थे थोड़ा जिहा आपां रुकांगे। इत्थे चौथे पातशाह ने गल कीती है, मैनू अपनी शरण विच थोड़ा जिहा थां दे दे। मन लवो दुनिया दे विच जिथे तुसीं आपां चाहांगे, दुनिया दे विच आपां नूं उत्थे थां मिल जू, जिथे भी चाहांगे। सोचण ते आ, जे आपां हिम्मत करांगे, मेहनत करांगे, तो मेहनत रंग लियावेगी। भावें कनेडा जाके खरीद लो, अमरीका इंग्लैंड खरीद लो, जिथे मर्जी, देश प्रदेश विदेश विच जिथे मर्जी खरीद लवो, मिल जाएगा। पर गुरु पातशाह जी ने जिहड़ी इत्थे जगह की गल कीती है, एक तो वो गल कीती है भी मैनू वो जगह दे विच थां दे दे, शायद जिथों दी भावना आ दुनिया ने, संसार दे लोकां ने बनाई नहीं है। मैनू अपनी शरण विच थां दे, मिल जूगा। परमात्मा हस पिया, कहंदा मिलू, पक्का ही मिलूगा। अच्छा दूजी गल इत्थे पहलां तां आपां देख लिया भी दुनिया दे विच आ गुरु दी शरण विच बैठण वाली थां किते नहीं मिलदी। दुनिया च आनंद किते नहीं मिलता। दुनिया दे विच महंगी तो महंगी, सस्ती तो सस्ती जगह आपां दूर नेड़े देश प्रदेश विच खरीद सकते हाँ, पर गुरु दे चरनां विच मुल थां नहीं मिलती, इत्थे खरीदी नहीं जांदी। फिर अगली गल की है, इत्थे धन गुरु रामदास महाराज ने अपने अनुभव दे राहीं सानू समझाया।
अपनी प्रैक्टिकल जीवन दी युगत विचों सानू युगत दित्ती है, एक तरीका दिता। गल गुरु रामदास महाराज ने आप कीती आ, पर समझना असीं आ। ये गुरु रामदास महाराज औगण नहीं कोई है, ये भुलेखा ना खा जाओ। असीं औगण हारी हाँ, पर साडे विच औगण बहुत ने, थोड़े नहीं बहुत ज़्यादा ने। फिर गुरु साहब जी ने की कहागा, नंबर 2 ते सच्चे पातशाह ही अकाल पुरख वाहिगुरु जीओ, मैनू ना नीच नू जिउंदे जी अपने चरनां विच निवास बख्शो। इत्थे गल देखनी सी, असीं जिन्ने भी गुरु की पावन बाणी सुन रहे हाँ समेत मेरे, आपां कदे ये अरदास नहीं कीती किहड़ी सानू तेरे चरनां विच थां मिल जे ना, ये तां कीती नहीं। आपां अपने आप नूं पुछो, कोई एक अद्धी रूह निकलूगी जिन्हें पुछया हो गुरु ने, मैनू सच्चे पातशाह जिउंदे जी अपने चरनां विच थां दे, कोई बिरली रूह होवेगी। ते नहीं तां मरण तो बाद थां मंगी जांदी आ, मरण तो बाद ही थां मंगी जांदे ने। हे वाहिगुरू जी फलाना बंदा चढ़ाई कर गया, मर गया, ते उन्होंने अपने चरनां च थां दे, मिले ना मिले। जे मिल गई सानू कोई लाभ नहीं, ना मिली साडा कोई नुकसान नहीं है। जे है तो दसो। अपने परिवार में सारे बजुर्ग बीबियां भैणां नौजवान चढ़ाई कीते है ना, हरेक दे घर दी घटना भी वो कोई यह जिहा घर ही नहीं जिथे किसी की मौत ना हुई होवे। हर एक घर दे विच वड्डे छोटे की मौत हुई आ। अच्छा, वो जिहड़ा जीव साडे घर विचों चला गया, जिहड़ा भी चला गया, उहनूं अगे की अवस्था मिली आ, की जूनी मिली आ, की उहनूं सुख मिलिया, की उहनूं दुख मिलिया, सानूं इस गल नाल लाभ जां हानि है या नहीं है, इस गल ते गौर करके वेखो। जे तो दुखां च तां साडा नुकसान कोई नहीं, ते जे वो वाहिगुरू परमेश्वर परमात्मा की किरपा सदका थोड़ा बहुता उहनूं सुख मिल गया ते सानूं उहदा लाभ कोई नहीं है, कोई लाभ नहीं। मरे बंदे दा अगला पक्ष किहो जा वधिया घटिया सानू कोई मतलब नहीं। साडा मतलब जिउंदे जी आ, जिउंदे जी कोई परिवार का मैंबर औखा हुंदा, असीं उहदा औख उहदे दुख झलदे आ, मतलब महसूस करदे भी नहीं यार औखा नहीं होना चाहिदा गा, इहदी कोई ओहड़ पोहड़ करो, इहनूं कोई दवाई बूटी दवाओ, दूर नेड़े चक के लेके चलो। जिउंदा किवें तड़फ रिहा गा, जिउंदे नूं किसी नूं लाभ आगा, कोई सौखा गा, उहदे परथाए अपने बोल हुंदे, कोई गल नहीं, इहदे नाल मित्रता बनाओ, की पता कदों अपने काम आ जे, क्योंकि सौखा गा। जिउंदे जी नाल बहुत कुछ जुड़िया, मरण तो बाद साडे सारे नाते टुट जांदे आ, खत्म कहानी। बस बस जिहड़ी गल अपनी चल रही सी भी असीं गुरु कोले जिउंदे जी अपने वास्ते कदे भी समेत मेरे थां नहीं मंगी। आपां होर बहुत कुछ मंगया होवेगा, विद्या दान, धन दान, जमीन दान, बड़ा कुछ आपां मंगया गुरु तो, उस परमेश्वर तो डाढ़े दाते तो बहुत कुछ मंगया, दुध पुत नूहां धीआं नौकरियां बहुत कुछ मंगया, पर चेता रखियो जे मंगया नहीं तो एक चीज़ नहीं मंगी जिहड़ी इत्थे गुरु रामदास महाराज ने दसी आ भी असीं गुरु तो ना ये नहीं मंगया सानू जिउंदे जी अपने चरनां विच थां दे दे, ना मंगी नहीं है। अपने आप नूं पुछो मंगी है ना, मेरी जमीर तो मंनदी नहीं भी नहीं मंगी। हाँ कोई 100 दे विचों एक अद्धा जीव होवेगा जिहने मंगया होवेगा। हाँ मरण तो बाद असीं अरदास करन वेले ग्रंथी नूं जां रागी ढाडी नूं कह दिंदे आ भी हुण भाई जरूर थां मंग लई। मन लवो एक छोटी जी उदाहरण लै लो, मान लो भी तुसीं बहुत सियाणे हो समझदार हो, तुहानूं इस गल दा कोई असर नहीं है। ਜਦੋਂ ਵਿਅਕਤੀ ਚੜ੍ਹਾਈ ਕਰ ਗਿਆ ਉਹਦੇ ਸੰਬੰਧ ਵਿੱਚ ਗ੍ਰੰਥੀ ਜਿਹੜਾ ਅਰਦਾਸ ਕਰ ਰਿਹਾ ਗਾ, ਜੋ ਇਹ ਵਚਨ ਨਾ ਬੋਲੇ ਵੀ ਇਹ ਸੱਚੇ ਪਾਤਸ਼ਾਹ ਜਿਹੜਾ ਪ੍ਰਾਣੀ ਚੜ੍ਹਾਈ ਕਰ ਗਿਆ ਨਾ ਇਹਨੂੰ ਤੂੰ ਆਪਣੇ ਚਰਨਾਂ ਵਿੱਚ ਜੋਗ ਥਾਂ ਬਖਸ਼ੀ। पहली गल तो किहड़े चरण ने कित्थे थां मिलू किहड़ी थां दी गल आ उहदे बारे सानू कोई पता नहीं, ना ग्रंथी नूं पता ना तुहानूं पता है। नंबर 1 ऊई मिच्ची दी मंगी जाने आ। अच्छा जिहदे वास्ते मंगी आ उहनूं मचा जांदा थां दी, जिउंदे जी नूं लोड़ सी, मरण तो बाद तां लोड़ ही कोई नूं।
ਜਿਉਂਦੇ ਜੀ ਨੂੰ ਲੋੜ ਆ ਨਾ, ਮਰਨ ਤੋਂ ਬਾਅਦ ਕੋਈ ਲੋੜ ਨਹੀਂ, ਨਾ ਥਾਂ ਦੀ ਲੋੜ ਆ ਨਾ ਭੁਜਣ ਦੀ ਲੋੜ ਆ। ਜਿਉਂਦਾ ਜੀ ਰੋਜ਼ਾਨਾ 5-5 7-7 ਲੀਟਰ ਪਾਣੀ ਪੀਂਦਾ ਸੀ ਤੇ ਮਰਨ ਤੋਂ ਬਾਅਦ ਤਾਂ ਇੱਕ ਬੂੰਦ ਮੂੰਹ 'ਚ ਪਾਈ ਸੀ, ਉਹ ਵੀ ਥੋੜਾ ਟੇਢਾ ਕਰਤਾ, ਨਿਕਲ ਗਈ, ਅੰਦਰ ਨਹੀਂ ਗਈਗੀ। ਸੋਚੋ ਇੱਕ ਬੂੰਦ ਪਾਣੀ ਦੀ ਨਹੀਂ ਕੰਮ ਆਏਗੀ, ਥਾਂ ਥੂੰ ਤਾਂ ਹੋਰ ਆਉਣੇ ਕੀ ਕੰਮ ਹੈਗਾ। ਚਲੋ ਮੰਨ ਲਓ ਆਪਣਾ ਜਿਹੜਾ ਵਿਸ਼ਾ ਸੀ, ਪੱਖ ਸੀ ਵੀ ਅਸੀਂ ਜੇ ਉਸ ਵਕਤ ਇਹ ਕੁਛ ਨਾ ਮੰਗੀਏ, ਨਾ ਅਰਦਾਸ ਵਿੱਚ ਕਹੀਏ ਵੀ ਇਹਨੂੰ ਆਪਣੇ ਚਰਨਾਂ 'ਚ ਥਾਂ ਦੇਈ, ਤਾਂ ਹੋਊਗੀ ਉਦੋਂ ਬਾਅਦ। ਸੋਚ ਕੇ ਦੇਖੋ ਉਦੋਂ ਬਾਅਦ ਦੀ ਕਹਾਣੀ ਕੀ ਬਣੂਗੀ ਸਮਾਪਤੀ ਤੋਂ ਬਾਅਦ। ਇਹਨੂੰ ਤਾਂ ਅਰਦਾਸ ਨਹੀਂ ਕਰਨੀ ਹੁੰਦੀ, ਜਾਂਦਾ ਕਿਹਾ ਜਾਓ ਜਾਂ ਕਹੋ ਜਾਣ ਕੇ ਨਹੀਂ ਮੰਗਿਆ ਕੁਛ। ਇੱਦਾਂ ਦੇ ਲਫ਼ਜ਼ ਬੋਲੇ ਜਾਣਗੇ, ਝਿੜਕਿਆ ਵੀ ਜਾਊਗਾ, ਅਪਸ਼ਬਦ ਵੀ ਬੋਲੇ ਜਾਣਗੇ, ਭਾਵ ਇਹਨੇ ਸਾਡੇ ਮਰੇ ਹੋਏ ਵਿਅਕਤੀ ਦੇ ਸੰਬੰਧ ਵਿੱਚ ਚੱਜ ਦੀ ਅਰਦਾਸ ਨਹੀਂ ਕੀਤੀ ਗਈ। ਹਾਲਾਂਕਿ ਵਾਹਿਗੁਰੂ ਭਲਾ ਕਰੇ, ਤੁਸੀਂ ਸਮਝਦਾਰ ਹੋ, ਇਹਨਾਂ ਦਾ ਸਾਡੇ ਜੀਵਨ ਨਾਲ ਗੱਲਾਂ ਦਾ ਕੋਈ ਵੀ ਸੰਬੰਧ ਨਹੀਂ ਹੈ, ਕੋਈ ਵੀ 0% ਵੀ ਸੰਬੰਧ ਨਹੀਂ ਹੈ। ਫਿਰ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ, ਪੁੱਤ ਜਿਉਂਦਾ ਜੀ ਤੂੰ ਗੁਰੂ ਤੋਂ ਨਾ ਗੁਰੂ ਚਰਨਾਂ 'ਚ ਥਾਂ ਮੰਗ। ਜਿਉਂਦਾ ਜੀ, ਜਿਉਂਦਾ ਜੀ ਕਹਿ ਮੈਨੂੰ 24 ਘੰਟਿਆਂ ਨਾ, 24 ਘੰਟਿਆਂ ਦੇ ਵਿੱਚੋਂ 2 ਘੰਟੇ ਤਾਂ ਮੈਂ ਤੇਰੇ ਕੋਲੇ ਗੁਜ਼ਾਰਾ ਹੀ ਗੁਜ਼ਾਰਾ ਨਾ। ਤੇਰੇ ਕੋਲੇ ਗੁਜ਼ਾਰਨ ਤੋਂ ਭਾਵ 2 ਘੰਟੇ ਤਾਂ ਮੈਂ ਬਾਣੀ ਪੜ੍ਹਾਂ ਨਾ। ਤੇਰੇ ਕੋਲੇ ਗੁਜ਼ਾਰਨ ਤੋਂ ਭਾਵ 2 ਘੰਟੇ ਤਾਂ ਸੇਵਾ ਮੈਂ ਕਰਾਂ ਨਾ। 24 ਘੰਟਿਆਂ ਦੇ ਵਿੱਚੋਂ 2 ਘੰਟੇ ਤਾਂ ਮੈਂ ਤੇਰੇ ਨਾਲ ਵਾਹਿਗੁਰੂ ਸੱਚੇ ਪਾਤਸ਼ਾਹ ਗੱਲਾਂ ਕਰਾਂ ਨਾ। ਆ ਜਿਉਂਦੇ ਜੀ ਥਾਂ ਗਈ ਤੇ ਇੱਥੇ ਗੁਰੂ ਰਾਮਦਾਸ ਮਹਾਰਾਜ ਨੇ ਮੰਗੀ ਹੈ। ਆਪਾਂ ਵੀ ਬੇਨਤੀ ਕਰੀਏ, ਸਾਨੂੰ ਵੀ ਆਪਣੇ ਜਿਉਂਦੇ ਜੀ ਚਰਨਾਂ ਵਿੱਚ ਥਾਂ ਦੇ। ਕਦੇ ਵਕਤ ਸੀ ਆਪਣੇ ਨੇੜੇ ਦਮਦਮਾ ਸਾਹਿਬ ਦੀ ਧਰਤੀ ਤੇ ਤਲਵੰਡੀ ਸਾਬੋ ਭਾਈ ਡੱਲਾ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ, ਆਪਾਂ ਨੂੰ ਪਤਾ ਨਾ ਗੁਰੂ ਸਾਹਿਬ ਖੁਸ਼ ਹੋਏ ਨੇ, ਅਤੀ ਖੁਸ਼ ਨੇ। ਡੱਲਿਆ ਪੁੱਤ ਕੀ ਭਾਵਨਾ ਤੇਰੀ ਦੱਸ, ਬਖਸ਼ਿਸ਼ ਹੋ ਜਾਣੀ ਅੱਜ। ਗੁਰੂ ਤੁਰ ਉੱਠਿਆ ਨਾ, ਖੁਸ਼ ਆ, ਭਾਵਨਾ ਕੀ ਹੈ ਤੇਰੀ, ਮੰਗ ਕੀ ਮੰਗਣਾ ਚਾਹੁੰਨਾਗਾ। ਚਲੋ ਵਾਹਿਗੁਰੂ ਭਲਾ ਕਰੇ, ਉਹ ਸਾਡਾ ਜਿਹੜਾ ਇਤਿਹਾਸ ਅਸੀਂ ਪੜ੍ਹਦੇ ਆ ਨਾ, ਉੱਥੇ ਸਾਨੂੰ ਇਹ ਲਿਖਿਆ ਮਿਲਦਾ ਵੀ ਡੱਲੇ ਨੇ ਕਿਹਾ ਕੀ ਸੀ, ਕਹਿੰਦਾ ਆਪਣੇ ਚਰਨਾਂ ਵਿੱਚ ਥਾਂ ਦੇ, ਪੀੜੀ ਜਿੰਨੀ ਥਾਂ ਮਿਲ ਜੇ ਮੈਨੂੰ। ਹੁਣ ਥੋੜਾ ਜਿਹਾ ਸੋਚੋ, ਡੱਲਾ ਕੋਈ ਆਮ ਵਿਅਕਤੀ ਨਹੀਂ ਹੈ, ਇਹ ਤਲਵੰਡੀ ਦਾ ਚੌਧਰੀ ਆ, ਮਤਲਬ ਇਹਦੇ ਕੋਲੇ ਬਹੁਤ ਵੱਡੇ ਪੱਧਰ ਤੇ ਜ਼ਮੀਨ ਆ ਤੇ ਰਿਸ਼ਤੇਦਾਰੀ ਆਪਾਂ ਨੂੰ ਪਤਾ ਕਪੂਰੇ ਨਾਲ ਆ ਗਈ। ਕਿਹੜੇ ਨਾਲ? ਜਿਹਨੂੰ ਆਪਾਂ ਕੋਟ ਕਪੂਰਾ ਕਹਿੰਦੇ ਆ, ਤੇ ਕਪੂਰੇ ਦੀ ਭੈਣ ਕਪੂਰੋ ਇਹਨੂੰ ਵਿਆਹੀ ਹੋਈ ਆ। ਮਤਲਬ ਵੱਡਿਆਂ ਦੀਆਂ ਵੱਡਿਆਂ ਨਾਲ ਹੀ ਰਿਸ਼ਤੇਦਾਰੀਆਂ ਨਾ। ਕੋਈ ਕਮੀ ਹੈ ਡੱਲੇ ਦੇ ਘਰ 'ਚ? ਨਾ, ਕੋਈ ਕਮੀ ਨਹੀਂ, ਕੋਈ ਵੀ ਕਮੀ ਨਹੀਂ। ਮੰਗ ਕੀ ਮੰਗੀ ਆ? ਕਹਿੰਦਾ ਪੀੜੀ ਕੁ ਜਿੰਨੀ ਥਾਂ ਦੇ ਦੇ ਤੇਰੇ ਚਰਨਾਂ 'ਚ, ਪੀੜੀ ਕੁ ਜਿੰਨੀ ਥਾਂ। ਉਹਨੂੰ ਪਤਾ ਸਮਝ ਆ ਗਈ ਨਾ ਵੀ ਗੁਰੂ ਚਰਨਾਂ 'ਚ ਹੀ ਆਨੰਦ ਆ, ਹੋਰ ਕਿਤੇ ਆਨੰਦ ਨਹੀਂ ਹੈ। ਆ ਮੇਰੀ ਜ਼ਮੀਨ 'ਚ ਆਨੰਦ ਨਹੀਂ, ਮੇਰੀ ਕੋਠੀ 'ਚ, ਮੇਰੇ ਮਹਿਲਾਂ 'ਚ ਆਨੰਦ ਨਹੀਂ ਹੈ, ਗੁਰੂ ਚਰਨਾਂ 'ਚ ਹੀ ਆਨੰਦ ਆ। ਤੇ ਗੁਰੂ ਤੁਰ ਉੱਠਿਆ। ਐਸੀ ਗੱਲ ਨਹੀਂ ਵੀ ਗੁਰੂ ਨੇ ਬਖਸ਼ਿਸ਼ ਨਹੀਂ ਕੀਤੀ, ਗੁਰੂ ਨੇ ਬਚਨ ਕੀ ਕੀਤਾ ਸੀ, ਡੱਲਿਆ ਫਿਰ ਗੁਰੂ ਦਾ ਸਿੱਖ ਬਣ ਜਾ, ਵਿਦਿਆਰਥੀ ਬਣ ਜਾ ਨਾ, ਵਿਦਿਆਰਥੀ ਬਣ ਜਾ। ਖੰਡੇ ਕੀ ਪਹੁਲ ਲੈ, ਨਿਤਨੇਮ ਜਾਪ ਸਿਮਰਨ ਬਾਣੀ ਪੜ੍ਹਿਆ ਕਰ, ਸੁਣਿਆ ਕਰ, ਸਮਝਿਆ ਕਰ, ਤੇ ਤੇਰੇ ਜੀਵਨ 'ਚ ਗੁਰੂ ਕਿਰਪਾ ਕਰੇਗਾ। ਤੂੰ ਪੀੜੀ ਜਿੰਨੀ ਥਾਂ ਮੰਗੀ ਆ, ਗੁਰੂ ਤੈਨੂੰ ਪਤਾ ਹੀ ਨਹੀਂ ਕਿੰਨੀ ਕੁ ਥਾਂ ਦੇ ਦੂਗਾ। ਚਲੋ ਕਹਾਣੀ ਨੂੰ ਅਸੀਂ ਥੋੜਾ ਬਹੁਤਾ ਵਧਾ ਘਟਾ ਕੇ ਗੱਲ ਕਰਦੇ ਆ ਵੀ ਗੁਰੂ ਸਾਹਿਬ ਨੇ ਉੱਥੇ ਜਵਾਬ ਦਿੱਤਾ। ਨਹੀਂ, ਮੈਂ ਹੀ ਨਹੀਂ ਮੰਨਦਾਗਾ। ਚਲੋ ਲਿਖਿਆ ਜਿਹੇ ਉੱਥੇ ਹੈ ਵੀ ਗੁਰੂ ਨੇ ਜਵਾਬ ਦਿੱਤਾ, ਪਰ ਮੇਰੀ ਜ਼ਮੀਰ ਨਹੀਂ ਮੰਨਦੀ ਵੀ ਗੁਰੂ ਜਵਾਬ ਦੇ ਦੂਗਾ। ਨਾ, ਗੁਰੂ ਜਵਾਬ ਦੇਣ ਵਾਲਾ ਹੈ ਹੀ ਨਹੀਂਗਾ, ਗੁਰੂ ਨਹੀਂ ਜਵਾਬ ਦਿੰਦਾਗਾ। ਸਾਡੀ ਮਤਲਬ ਕਿ ਮਤ ਇਹ ਸੋਚ ਸਕਦੀ ਹੈ ਵੀ ਗੁਰੂ ਨੇ ਜਵਾਬ ਦੇਤਾ। ਨਾ, ਗੁਰੂ ਜਵਾਬ ਨਹੀਂ ਦਿੰਦਾਗਾ। ਇੱਕ ਬਾਪ ਆ, ਆਪਣੇ ਸਿਆਣੇ ਧੀ ਪੁੱਤ ਨੂੰ ਕਦੇ ਨਹੀਂ ਜਵਾਬ ਦਿੰਦਾ। 100 ਮੰਗਿਆ ਕੋਈ ਗੱਲ ਨਹੀਂ, ਲੈ ਪੁੱਤ ਲੈ ਲਾ, ਕੋਈ ਗੱਲ ਨਹੀਂ, ਤੈਨੂੰ ਲੋੜ ਆ ਲੈ ਲਾ, ਤਾਂ ਕੀ ਆ। ਇਹ ਗੁਰੂ ਕੋਲੋਂ 150 ਦੀ ਗੱਲ ਹੀ ਆ। ਤੇ ਸੋਚੋ ਗੁਰੂ ਸਾਹਿਬ ਨੇ ਸਦਾ ਵਾਸਤੇ ਨਾ, ਜਿੰਨਾ ਟਾਈਮ ਦੁਨੀਆ ਰਹੇਗੀ, ਸਦਾ ਵਾਸਤੇ ਭਾਈ ਡੱਲਾ ਜੀ ਨੂੰ ਤੇ ਡੱਲੇ ਜੀ ਦੇ ਪਰਿਵਾਰ ਨੂੰ ਆਪਣੇ ਚਰਨਾਂ 'ਚ ਥਾਂ ਦਿੱਤੀ। ਅੱਜ ਵੀ ਭਾਈ ਡੱਲੇ ਦਾ ਪਰਿਵਾਰ ਗੁਰੂ ਚਰਨਾਂ 'ਚ ਬੈਠਾ, ਗੁਰੂ ਚਰਨਾਂ 'ਚ ਬੈਠਾ। ਅੱਜ ਵੀ ਉਹ ਡੱਲੇ ਦਾ ਪਰਿਵਾਰ ਕਿੱਥੇ ਆ? ਭਾਈ ਡੱਲਾ ਜੀ ਦੇ ਘਰੇ।
जिथे गुरु साहब दियां एक नहीं अनेक ही निशानियां पईयां, तेगा रे पजामी चोला, गुरु साहब दियां किन्नियां अपनियां निशानियां भाई डल्ला जी दे घरे पईयां ते प्यार दे नाल समझाउंदे आ, विखाउंदे आ, दर्शन करवाउंदे ने। गुरु भाई डल्ले दे घर बैठा ते डल्ला गुरु चरनां च बैठा गा, ये आपां भी मंग मंगीए। फिर गुरु नानक पातशाह जी ने चौथे रूप च इत्थे जिक्र कीता सी, गुरमत हर रस पाईए होर त्यागो निफल कामा। हे वाहिगुरू जी तू किरपा कर मैं अपनी जिंदगी विच होर कर्म त्याग देवां ते गुरु दी मत अपना लवां ते मेरा निवास आ जिहड़ा वो तेरे चरनां विच हो जावे। शरणागत पुरख अजन्म कर किरपा रख लेवो मेरे ठाकुर, हम पाथर हीन अकर्मा। हे सच्चे पातशाह मैं पत्थर वर्गा हाँ, मेरा मन ना कठोर आ। पत्थर वर्गे तो भाव मेरे मन च दया नहीं है, निर्दयी सुभाव मेरा। निर्दयी सुभाव नूं पत्थर मन कहा गा। कोई व्यक्ति ना किसी तरस ना करे, आपां उहनूं भी कह दिंदे पत्थर वर्गा गा। इदां कोई साडे शरीर दे विच ना वाहिगुरू ने पत्थर नहीं टकाएगे भी कोई गुरु नाल टुटिया होया वो दिमाग च स्पैशल पत्थर धरता ना। इत्थे संकेत की आ भी साडे जीवन विच जे गुरु प्रथाए प्यार नहीं, साडे अंदर किसी प्रथाए दया नहीं है, निमरता नहीं है, शुभ गुण नहीं हन, तां साडा जीवन भाई पत्थर दी न्याई आ, पत्थर वर्गियां असीं। फिर पातशाह जी कहते ने मेरे ठाकुर हम पाथर हीन पत्थर वर्गे हाँ अकर्मा। फिर अगे कहते ने हर जन सेवक से हर तारे हम निर्गुण राख उपमा। तेरे दर ते आके एक नहीं अनेकां लोक तर गए, जेड़े तर गए उन्हां दी लैन विच मैनू भी ला के मैनू भी नवाणे नूं तार दे। तार गोबिंदे संसार समुंदे, मैनू भी भाई तू तार, अपनी जीवन यात्रा विच मैं भी सफल हो जावां। फिर गुरु साहब कहते ने तुझ बिन अवर ना कोई मेरे ठाकुर, हर जपीऐ बड़े करमा। हुण आ अवस्था साडी भी बने, असीं भी कहिए गुरु साहब नूं भी तैथों बिना होर नहीं कोई हैगा। बस जिन्ने क आपां हां ना इत्थे गुरु की पावन बाणी सुन रहे हैं, मेरी हथ बन के अर्ज है। देखो अपनी काम ही कहावत होंदी आपां किसे तो की लैना, वो लफज आपां भी बोल सकते हैं भी आपां किसे तो की लैना, पर मेरी एक हथ बन के अर्ज आ भी अपने सारिਆਂ दे दिमाग विच आ ख्याल बन जे भी तैथों बिना होर कोई है ही नहीं। बस आ सारिਆਂ दे अंदर ख्याल बन जे, हथ बन की बेनती आ ये पॉइंट अपने दिमाग दे विच फिट कर लगे आपां भी तैथों बिना तेरे तो बिना हे परमात्मा हे काल पुरख वाहिगुरू कोई नहीं है, ते है भी उहदे तो बिना कोई है नहीं गा। अच्छा जदों ये सोच लिया भी तैथों बिना कोई नहीं है, फिर ये सवाल नहीं पैदा हो सकता भी असीं किते वग जांगे, ते जे किते आपां इहनूं छड्ड के जावांगे फिर आपां कह रहे हां पर कमा नहीं रहे। कहण ते कमाउण विच अंतर आ ना, जे कहा तां उहनूं कमाईए, ते जे नहीं कमा सकदे तां फिर कहण दा कोई फायदा नहीं है, फिर गल कहण दा कोई मतलब नहीं रह जाता। बस जे अपने दिमाग ने अज गुरु की बाणी सुनदियां ये गल कह दी ना भी तैथों बिना होर मेरा इस धरती ते बड़ा कोई नहीं है, केवल तू ही बड़ा है, तां इनू बड़ा मान लईए, होर किते किसे लालच विच असीं ना जाइए। इन्नी काफ़ी आ जिहड़ी गल आपां इत्थे कह दी। किसी भी लालच विच भावें कोई ना सोने दे गहने रख ले भी जिहड़ा आ मेरे डेरे च आऊ ना उहनूं एक सोने दा गहना मिलूगा, ते सिख दा मतलब नहीं है भी गहना खरीदण वग जूगा। ते अज दा सिख इत्थे अनाउंसमेंट तां मैं ही करदा हुंदा, पता ही है तुहानूं, पर करनी पैंदी है, मजबूरी आ कि फलानिਆਂ ने फलाने थां ते चौल बनाया भाई खाया, लै कमाल दी गल आ, चौलां दे मारी तुरे फिरदे तां होर तां छड्डो आपां कुछ भी चीज़ नहीं, निरी बै आ। अच्छा जिथे बनाए ने इनकुआरी कर लिओ, उन्हां चों कुछ नहीं चक्किया, चूहियां दीयां मिंगणां भी मिल जाणगियां, बाली बाकी गल तां छड्डो आपां नूं, जिथे खा के आउणे आ मेरी अखां ने वेखिया सारा कुछ। सोचो ਉਹ समान ਜਿਹੜਾ ਸਾਨੂੰ मिलता ना ਜਿਹਦੇ लालच 'ਚ ਅਸੀਂ ਜਾਂਦੇ ਆ, ਇਹ ਛੱਡਣਾ ਪਊਗਾ ਪਿਆਰਿਓ। ਫਿਰ ਤਾਂ ਆਪਾਂ ਨੂੰ ਸਮਝ ਆ ਗਈ ਵੀ ਗੁਰੂ ਤੋਂ ਬਿਨਾ ਕੋਈ ਹੈ ਹੀ ਨਹੀਂਗਾ, ਤੇ ਸਾਨੂੰ ਤਾਂ ਜਦੋਂ ਮਰਜੀ ਕੋਈ ਜਲੇਬੀਆਂ
ਦੇ ਨਾਂ ਤੇ ਹੱਕ ਮਾਰ ਲਏ, ਮਾਲਪੂੜਿਆਂ ਦੇ ਨਾਂ ਤੇ ਹੱਕ ਮਾਰ ਲਏ, ਜਦੋਂ ਮਰਜ਼ੀ ਚੌਲਾਂ ਦੇ ਕੜਾਹੇ ਤੇ ਹੱਕ ਮਾਰ ਲਏ। ਅਸੀਂ ਤਾਂ ਨਾਲ ਦੀ ਨਾਲ ਡੋਲੂ ਚੱਕ ਕੇ ਤੁਰ ਪਏ ਨੇ। ਨਾਲ ਦੀ ਨਾਲ ਸੋਚਦੇ ਨਹੀਂ ਹਾਂ ਵੀ ਅਸੀਂ ਕੌਣ ਹਾਂ, ਕੀ ਸਾਡੀ ਅਵਸਥਾ। ਆਹ ਕਿਰਪਾਨ ਗਾਤਰਾ ਪਾਇਆ ਨਾ, ਇਹ ਦਸ਼ਮੇਸ਼ ਪਿਤਾ ਦੀ ਮੋਹਰ ਲੱਗੀ ਹੋਈ ਆ, ਤੇ ਮੋਹਰ ਲੱਗਿਆ ਹੋਇਆ ਸਰੀਰ ਕਿਤੇ ਹੋਰ ਥਾਂ ਤੇ ਨਹੀਂ ਜਾਂਦਾ ਹੁੰਦਾਗਾ, ਤੇ ਮੋਹਰ ਲੱਗੇ ਹੋਏ ਕਾਗਜ਼ ਨਾ ਸੰਭਾਲੇ ਜਾਂਦੇ ਨੇ। ਇਹ ਬਿਨਾਂ ਮੋਹਰ ਤੋਂ ਕਾਗਜ਼ ਆ ਜਿਹੜੇ ਹਵਾ 'ਚ ਉੱਡਦੇ ਨੇਗੇ, ਭਾਵ ਜਿਹਦੇ ਤੇ ਮੋਹਰ ਲੱਗ ਜੇ ਨਾ ਉਹਦਾ ਲੋਕ ਅੰਦਰ ਟਿਕ ਜਾਂਦੇ ਨੇਗੇ। ਆਪਾਂ ਵੀ ਆਪਣੇ ਆਪ ਨੂੰ ਕੀਮਤੀ ਕਾਗਜ਼ ਬਣਾਈਏ, ਕੀਮਤੀ ਤੋਹਫੇ ਬਣਾਈਏ। ਕੋਈ ਕਿਸੇ ਤਰ੍ਹਾਂ ਦਾ ਕੋਈ ਵੀ ਲਾਲਚ ਦੇਵੇ, ਸਾਡਾ ਮਤਲਬ ਨਹੀਂ ਹੈ, ਅਸੀਂ ਕਿਤੇ ਵਗ ਜਾਵਾਂਗੇ। ਸੋ ਇੱਕ ਛੋਟੀ ਜਿਹੀ ਗੱਲ ਮੈਂ ਨਾਲ ਹੋਰ ਬੋਲਦੇ, ਮੈਂ ਇੱਥੇ ਸਿਆਣਿਆਂ ਨੇ ਆਪਣੇ ਪਿੰਡਾਂ ਦੇ ਲੋਕਾਂ ਨੇ ਅੰਕੜੇ ਕੱਢੇ ਨੇ, ਤੁਹਾਨੂੰ ਪਤਾ ਨਾ। ਕਹਿੰਦੇ ਸਦਕੇ ਜਾਈਏ ਹਰਿਆਣੇ ਵਾਲਿਆਂ ਤੋਂ, ਕਹਿੰਦੇ ਕਿਸੇ ਮੰਤਰੀ ਦਾ ਜਹਾਜ਼ ਥੱਲੇ ਨਹੀਂ ਉਤਰ ਦਿੰਦੇਗੇ, ਉੱਤਰ ਨਹੀਂ ਦਿੰਦੇਗੇ। ਸ਼ਾਬਾਸ਼ ਹੈ ਕਹਿੰਦੇ ਉਹਨਾਂ ਲੋਕਾਂ ਦੇ, ਤੇ ਸਾਡੇ ਵਾਲੇ ਰੈਲੀਆਂ ਕਰਦੇ ਫਿਰਦੇ ਆ। ਸੋਚੋ, ਫਲਾਨਾ ਸਿਓ ਜਿੰਦਾਬਾਦ, ਫਲਾਨਾ ਸਿਓ ਜਿੰਦਾਬਾਦ, ਭੁੱਲ ਗਏ ਸਭ ਕੁਛ ਹੀ ਭੁੱਲ ਗਏ। ਇਹ ਤਾਂ ਉਹ ਗੱਲ ਹੋ ਗਈ ਵੀ ਗਧੇ ਨੂੰ ਜਿੰਨਾ ਮਰਜ਼ੀ ਵਜਣ ਧਰੀ ਚਲੋ, ਲੱਦੀ ਚੱਲੋ, ਉਹਨਾਂ ਖੁਸ਼ ਰਹਿੰਦਾਗਾ। ਜਿੱਦੇ ਉਹਦੇ ਤੋਂ ਵਜਣ ਲਾ ਲਿਆ ਉਦੀ ਉਹ ਚੰਬਲ ਜਾਂਦਾ। ਫਿਰ ਸਾਡਾ ਦਿਮਾਗ ਗਧੇ ਦੀ ਨਹੀਂ ਬਣ ਗਿਆ। ਪਿਆਰ ਵਾਲੇ ਸੋਚਣਾ ਪਊ, ਜਿਹੜੀ ਗੱਲ ਗੁਰੂ ਵਾਲੀ ਕਰਦੇ ਤਾਂ ਬਾਹਲੀ ਵੱਡੀ ਆ। ਸਾਡੇ ਕੱਲ ਡਾਂਗਾਂ ਪਈਆਂ, ਅੱਜ ਰੈਲੀਆਂ 'ਚ। ਸੋਚ ਕੇ ਦੇਖੋ, ਕੱਲ ਗੁਰੂ ਗ੍ਰੰਥ ਸਾਹਿਬ ਦੇ ਅੰਗ ਇਹਨਾਂ ਦੀਆਂ ਸਰਕਾਰਾਂ ਦੇ ਨਿਗਾਹ ਦੇ ਵਿੱਚ ਫਟੇ ਨੇ। ਗੁਰੂ ਗ੍ਰੰਥ ਸਾਹਿਬ ਗਲੀਆਂ 'ਚ ਰੁਲਿਆ, ਅੱਜ ਨਾਰੇ ਮਾਰਦੇ ਫਿਰਦੇ। ਸੋਚ ਕੇ ਦੇਖੋ ਸਾਡੀ ਅਵਸਥਾ ਕੀ ਆ, ਕੌਣ ਆ, ਕਿੱਥੇ ਆ, ਕੀ ਕੁਛ ਆ ਅਸੀਂ। ਪਰ ਸਾਨੂੰ ਸਮਝਣਾ ਪਊਗਾ। ਸਾਡਾ ਦਿਮਾਗ ਢੀਠ ਹੋ ਗਿਆ, ਅਣਮਤ ਵੱਲ ਵੜ ਗਿਆ, ਗੁਰਮਤ ਨੂੰ ਛੱਡ ਗਿਆ, ਗੁਰੂ ਦੀ ਗੱਲ ਨੂੰ ਭੁੱਲ ਗਏ। ਆਪਾਂ ਗੁਰੂ ਦੇ ਬਣੀਏ, ਦੂਜਿਆਂ ਦੇ ਨਾ ਬਣੀਏ ਭਾਈ। ਫਿਰ ਇੱਥੇ ਪਾਤਸ਼ਾਹ ਨੇ ਕਿਹਾ ਵੀ ਮੇਰੀ ਨਿਗਾਹ ਦੇ ਵਿੱਚ ਪਾਤਸ਼ਾਹ ਤੇਥੋਂ ਵੱਡਾ ਹੋਰ ਕੋਈ ਨਹੀਂ ਹੈ। ਲਾਸਟ ਵਾਲੀਆਂ ਪੰਗਤੀਆਂ ਵਿੱਚ ਗੁਰੂ ਸਾਹਿਬ ਜ਼ਿਕਰ ਕਰਦੇ ਨੇ, ਨਾਮਹੀਣ ਧ੍ਰਿਗ ਜੀਵ ਤੇ, ਨਾਮ ਤੋਂ ਹੀਣੇ ਲੋਕ ਜੇ ਧਰਤੀ ਤੇ ਜਿਉਂਦੇ ਨੇ ਤਾਂ ਉਹਨਾਂ ਦਾ ਜਿਉਣਾ ਧ੍ਰਿਗ ਹੈ। ਨਾਮਹੀਣ ਧ੍ਰਿਗ ਜੀਵ ਤੇ, ਤਿੰਨ ਵੱਡ ਦੁਖ ਸਹਮਾ। ਗੁਰੂ ਨਾਲੋਂ ਟੁੱਟ ਕੇ ਜ਼ਿੰਦਗੀ ਜਿਉਣੀ, ਇਹਦੇ ਨਾਲੋਂ ਵੱਡਾ ਦੁੱਖ ਕੋਈ ਨਹੀਂ ਹੈ। ਚਲੋ ਦੁੱਖ ਬਹੁਤ ਨੇ ਸਾਡੀ ਨਿਗਾਹ ਦੇ ਵਿੱਚ, ਬੜੀਆਂ ਭੈੜੀਆਂ ਬਿਮਾਰੀਆਂ, ਭੈੜੇ ਦੁੱਖ ਨੇ। ਹਰ ਕੋਈ ਦੁਖੀ ਆ, ਨਾਨਕ ਦੁਖੀਆ ਸਭ ਸੰਸਾਰ, ਹਰ ਕੋਈ ਦੁਖੀ ਆ। ਪਰ ਗੁਰੂ ਰਾਮਦਾਸ ਮਹਾਰਾਜ ਨੇ ਕਿਹਾ, ਕਹਿੰਦੇ ਮੇਰੇ ਨਾਲੋਂ ਦੁੱਖ ਤਾਂ ਤੁਹਾਡੇ ਤੇ ਕੋਈ ਵੱਡਾ ਆ ਨਹੀਂ ਸਕਦਾ। ਮਾਂ ਵੀ ਗਈ, ਬਾਪ ਵੀ ਗਿਆ, ਘਰ ਵੀ ਗਿਆ, ਚਾਚੇ ਚਾਚੀਆਂ, ਤਾਏ ਤਾਈਆਂ ਵੀ ਗਈਆਂ, ਕਿਸੇ ਨੇ ਸੰਭਾਲਿਆ ਨਹੀਂ। ਗਲੀਆਂ 'ਚ ਰੁਲਿਆ, ਹਮ ਰੁਲਤੇ ਫਿਰਤੇ। ਗੁਰੂ ਸਾਹਿਬ ਨੇ ਖੁਦ ਬਾਣੀ 'ਚ ਲਿਖਿਆ ਹੈਗਾ, ਇਤਿਹਾਸਕ ਨੁਕਤਾ ਨਾ, ਆਪਣੀ ਜ਼ਿੰਦਗੀ ਦੀ ਕਹਾਣੀ ਗੁਰੂ ਰਾਮਦਾਸ ਮਹਾਰਾਜ ਨੇ ਬਾਣੀ 'ਚ ਲਿਖੀ ਆ। ਹਮ ਰੁਲਤੇ ਫਿਰਤੇ, ਕੋਈ ਬਾਤ ਨਾ ਪੁੱਛਤਾ। ਪਰ ਜਦੋਂ ਗੁਰੂ ਨਾਲ ਜੁੜ ਗਿਆ ਨਾ, ਦੁੱਖ ਹੀ ਕੱਟੇ ਗਏ ਵੀਰੇ, ਤਾਂ ਸੱਚੀ ਮੁੱਚੀ ਕੱਟੇ ਗਏ। ਫਿਰ ਉਸੇ ਗੁਰੂ ਨੇ ਲਿਖਿਆ ਵੀ ਜੇ ਆਪਾਂ ਗੁਰੂ ਨਾਲ ਟੁੱਟ ਗਏ ਤਾਂ ਬਹੁਤ ਵੱਡਾ ਦੁੱਖ ਆ। ਗੁਰੂ ਨਾਲ ਜੁੜੇ ਹੋਏ ਹਾਂ ਤਾਂ ਜਿਹੜੇ ਸਰੀਰਕ ਦੁੱਖ ਨੇ ਨਾ, ਪਰਿਵਾਰਕ ਦੁੱਖ ਨੇ, ਉਹ ਘਟ ਜਾਂਦੇ ਆ, ਖਤਮ ਹੋ ਜਾਂਦੇ ਆ। ਇਹ ਗੁਰੂ ਸਾਹਿਬ ਨੇ ਸਾਨੂੰ ਸੰਕੇਤ ਦਿੱਤਾਗਾ, ਇਸ਼ਾਰਾ ਕੀਤਾਗਾ। ਗੁਰੂ ਨਾਲੋਂ, ਸ਼ਬਦ ਨਾਲੋਂ, ਪਰਮਾਤਮਾ ਨਾਲੋਂ ਟੁੱਟਣਾ ਹੀ ਸਭ ਤੋਂ ਵੱਡਾ ਦੁੱਖ ਹੈ। ਨਾ ਟੁੱਟ ਗਏ ਭਾਈ, ਗੁਰੂ ਨਾਲ ਜੁੜੇ ਰਹੀਏ, ਗੁਰੂ ਦੇ ਨਾਲ ਮਿਲ ਕੇ ਆਪਣੀ ਜ਼ਿੰਦਗੀ ਦੀ ਯਾਤਰਾ ਸਫਲ ਕਰੀਏ। ਫਿਰ ਪਾਤਸ਼ਾਹ ਜ਼ਿਕਰ ਕਰਦੇ ਨੇ, ਕਹਿੰਦੇ ਓਏ ਫਿਰ ਜੋਨ ਭਵਾਈਐ ਮੰਦਭਾਗੀ ਮੂੜ ਅਕਰਮਾ। ਕਹਿੰਦੇ ਉਹ ਵਾਰ ਭਾਈ ਟੇਡੀਆਂ ਮੇਡੀਆਂ ਜੂਨਾਂ ਦੇ ਵਿੱਚੋਂ ਦੀ ਲੰਘਦੇ ਨੇ, ਵਾਰ ਇੱਕ ਸੁਰਤ ਕਰਕੇ, ਇੱਕ ਸਰੀਰ ਕਰਕੇ। ਫਿਰ ਅੱਗੇ ਪਾਤਸ਼ਾਹ ਜੀ ਕਹਿੰਦੇ ਨੇ, ਹਰ ਜਨ ਨਾਮ ਆਧਾਰ ਹੈ ਧੁਰ ਪੂਰਬ ਲਿਖੇ ਵੱਡ ਕਰਮਾ। ਜਿਨ੍ਹਾਂ ਦੀ ਜ਼ਿੰਦਗੀ 'ਚ ਨਾਮ ਦਾ ਆਸਰਾ ਹੀ ਬਣ ਗਿਆ, ਪਰਮੇਸ਼ਰ ਪਰਮਾਤਮਾ ਆਸਰਾ ਬਣ ਗਿਆ, ਉਹਨਾਂ ਦੇ ਵੱਡੇ ਭਾਗ ਨੇ, ਬਹੁਤ ਵੱਡੇ ਭਾਗ ਨੇ। ਧੰਨ ਧੰਨ ਸੋ ਗੁਰਸਿੱਖ ਕਹੀਐ, ਉਹ ਗੁਰਸਿੱਖਾਂ ਨੂੰ ਧੰਨ ਧੰਨ ਕਹੀਏ, ਵੱਡੇ ਭਾਗਾਂ ਵਾਲੇ ਕਹੀਏ, ਜੋ ਹਰ ਨਾਮ ਜਪਦੇ ਆ, ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਨੇ। ਫਿਰ ਪਾਤਸ਼ਾਹ ਜੀ ਕਹਿੰਦੇ, ਗੁਰ ਸਤਿਗੁਰ ਨਾਮ ਦ੍ਰਿੜਾਇਆ ਜਨ ਨਾਨਕ ਸਫਲ ਜਨਮਾ। ਗੁਰੂ ਦਾ ਨਾਮ ਦ੍ਰਿੜ ਕਰਕੇ ਜ਼ਿੰਦਗੀ 'ਚ ਵਸਾ ਕੇ ਹੀ ਸਾਡੀ ਜ਼ਿੰਦਗੀ ਦੀ ਯਾਤਰਾ ਸਫਲ ਹੋ ਸਕਦੀ ਹੈ। ਭੁੱਲਾਂ ਦੀ ਖਿਮਾ, ਬੋਲਦਿਆਂ ਤੋਂ, ਵਿਚਾਰ ਕਰਦਿਆਂ ਤੋਂ
ਬੜੀਆਂ ਗਲਤੀਆਂ ਰਹਿ ਜਾਂਦੀਆਂ ਨੇ। ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋਤਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ। ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਬਸਾਰੇ, ਕਹੈ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ। ਘਰ ਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ। ਜਿਸ ਦੀਆਂ ਵਡਿਆਈਆਂ, ਕਹੈ ਨਾਨਕ ਸੁਣਹੁ ਸੰਤੋ। ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਬਾਜੇ ਪੰਚ ਸ਼ਬਦ ਤ ਘਰ ਸੁਪਾਗੈ, ਘਰ ਸੁਪਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟ ਕੋ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕੋ। ਸੇ ਨਾਮ ਹਰਿ ਕੈ ਲਾਗੇ, ਕਹੈ ਨਾਨਕ ਤੈ ਸੁਖ ਹੋਆ। ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਬੜ ਭਾਗੀ ਹੋ। ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਭਗਤ, ਸਤਿਗੁਰ ਰਹਿਆ ਪਰ